ਸਾਰਾ ਕੁਝ ਪਾਸ ਹੋ ਜਾਂਦਾ, ਰੈਫਰੈਂਡਮ ਸਾਡਾ ਸਕਸੈਸਫੁਲ ਹੋ ਜਾਂਦਾ, 80% ਲੋਕ ਕਹਿ ਦਿੰਦੇ ਨੇ ਜੀ ਕਿ ਅਸੀਂ ਵੱਖਰੇ ਹੋਣਾ, ਫਿਰ ਕੀ ਹੋਏਗਾ? ਅਸੀਂ ਵੱਖਰਾ ਕਿਉਂ ਹੋਣਾ ਚਾਹੁੰਦੇ ਹਾਂ? ਕਿਉਂ ਤੁਹਾਡੀ ਪਾਰਟੀ ਜਾਂ ਜਿਹੜੇ ਲੋਕ ਨੇ ਉਹ ਕਿਉਂ ਵੱਖਰਾ ਹੋਣਾ ਚਾਹੁੰਦੇ ਨੇ? ਜਦੋਂ ਤੁਸੀਂ ਪਾਲਿਸੀਜ਼ ਦੇਖੋ, ਸਪੈਸ਼ਲੀ ਲਿਬਰਲ ਪਾਰਟੀ ਦੀਆਂ ਸਾਰੀਆਂ ਮੇਨਲੀ ਕੁਬੈਕ ਨੂੰ ਬੈਨੀਫਿਟ ਕਰਦੀਆਂ, ਅਲਬਰਟਾ ਨੂੰ ਕੋਈ ਨਹੀਂ। ਜੇ ਅਸੀਂ ਕਨਫੈਡਰੇਸ਼ਨ ਤੋਂ ਵੱਖਰੇ ਹੋ ਜਾਂਦੇ ਹਾਂ ਤੇ ਸਾਡੀ ਸਿਟੀਜ਼ਨਸ਼ਿਪ ਕਿੱਥੋਂ ਦੀ ਹੋਏਗੀ? ਕੀ ਸਾਨੂੰ ਗੁਆਂਢੀ ਸੂਬਿਆਂ ਵਿੱਚ ਜਾਣ ਵਾਸਤੇ ਸਸਕੈਚੁਵਨ ਜਾਣਾ ਆ ਜਾਂ ਅਸੀਂ BC ਨੂੰ ਜਾਣਾ ਤਾਂ ਵੀਜ਼ੇ ਲੈਣੇ ਪੈਣਗੇ? ਤੇ ਉਹਨੇ ਹਾਰ ਕੇ ਕਹਿਤਾ ਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਅਲਬਰਟਾ ਕਿ ਜਾਸੀ ਪ੍ਰੋਸਪਰ ਹੋਵੇ, ਜ਼ਿਆਦਾ ਪ੍ਰੋਸਪਰ ਕਰੇ। ਵਾਹ, ਉਹਨਾਂ ਦਾ ਇਹ ਜ਼ਮੀਨ ਤਾਂ ਉਹਨਾਂ ਦੀ ਆ, ਆਈ ਮੀਨ ਇੰਡੀਜਨਸ ਲੋਕਾਂ ਦੀ ਹੈ। ਅਸੀਂ ਕਿਵੇਂ ਫੈਸਲਾ ਕਰਾਂਗੇ ਕਿ ਜ਼ਮੀਨ ਉਹਨਾਂ ਦੀ ਆ, ਲੈਂਡ ਉਹਨਾਂ ਦੀ ਆ, ਟਰੀਟੀਜ਼ ਹੋਈਆਂ ਆ? ਹਾਊ ਕੈਨ ਵੀ ਟੇਕ ਦਿਸ ਲੈਂਡ ਟੂ ਵੀ ਅਸੀਂ ਕੈਨੇਡਾ ਤੋਂ ਬਾਹਰ ਕੱਢ ਕੇ ਤੇ ਅਸੀਂ ਆਪਣਾ ਬਣਾ ਲਈਏ? ਜੇ ਅਸੀਂ ਫੈਡਰਲ ਸਰਕਾਰ ਤੋਂ ਵੱਖਰੇ ਹੋ ਜਾਂਦੇ ਹਾਂ, ਅਲੱਗਾ ਹੋ ਜਾਂਦੇ ਹਾਂ ਅਸੀਂ, ਤੇ ਸਾਨੂੰ ਕਿਹੜੇ ਟੈਕਸਾਂ ਦੀ ਬਚਤ ਹੋਊਗੀ? ਕਿਹੜੇ ਪੈਸੇ ਉੱਥੇ ਨਹੀਂ ਜਾਣਗੇ? ਫਿਰ ਸਾਰੇ ਟੈਕਸਸ ਸਾਰੇ ਆਪਾਂ ਅਲਬਰਟਾ $70 ਬਿਲੀਅਨ ਹਰੇਕ ਸਾਲ ਆਪਾਂ ਹੌਟਵਾਂ ਨੂੰ ਦਿੰਦੇ ਆ। ਜੇ ਉਹਨਾਂ ਨੇ ਆਪਾਂ ਨੂੰ ਬਹੁਤ ਤੰਗ ਕੀਤਾ, ਆਪਾਂ ਕਹਿੰਦਾ ਓਕੇ ਤੁਸੀਂ ਟਰਾਂਸਪੋਰਟ ਕਰਨਾ ਚਾਹੁੰਦੇ ਰੇਲਵੇ ਤੇ ਟਰੱਕਸ ਦੇ ਉੱਪਰ ਈਸਟਰਨ ਕੈਨੇਡਾ, ਤੁਸੀਂ ਅਲਬਰਟਾ ਤੋਂ ਹੀ ਨਿਕਲਣਾ, ਅਸੀਂ ਟੈਰਿਫਸ ਲਾ ਦੇਣੇ ਆ 30% 50% ਟੈਰਿਫਸ ਉਹਨਾਂ ਦੇ ਉੱਪਰ। ਉਹ ਕਹਿੰਦਾ ਸੀ ਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਅਲਬਰਟਾ ਫਾਈਨੈਂਸ ਸੈਂਟਰ ਬਣ ਜਾਵੇ ਜਾਂ ਪਾਵਰ ਸੈਂਟਰ ਬਣ ਜਾਵੇ। ਸੋ ਉਹ ਚਾਹੁੰਦੇ ਸੀਗੇ ਕਿ ਅਲਬਰਟਾ ਨੂੰ ਜਿਹੜੀ ਪ੍ਰੋਸਪੈਰਿਟੀ ਆ ਉਹ ਅਸੀਂ ਰੋਕੀਏ। ਜੇ ਰੈਫਰੈਂਡਮ ਸਕਸੈਸ਼ਨ ਤੁਸੀਂ ਸਕਸੈਸਫੁਲ ਹੈ, ਫਿਰ ਤੁਸੀਂ 100 ਸਾਲ ਬਾਅਦ ਇਹ ਨਹੀਂ ਕਹਿ ਸਕਦੇ ਅਸੀਂ ਵਾਪਸ ਆਉਣਾ। ਸੋ which is good। ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਅਸੀਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਕਿ ਅਲਬਰਟਾ ਦੇ ਵਿੱਚ ਸੈਪਰੇਸ਼ਨ ਨੂੰ ਲੈ ਕੇ ਇੱਕ ਮੂਵਮੈਂਟ ਬਣਦੀ ਜਾ ਰਹੀ ਹੈ। ਮੈਂ ਕੱਲ੍ਹ ਦੇ ਟਾਊਨ ਹਾਲ ਦੀ ਵੀ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ, ਤੇ ਅੱਜ ਅਸੀਂ ਰਿਕੁਐਸਟ ਕੀਤੀ ਹੈ ਵਾਈਲਡ ਰੋਜ਼ ਇੰਡੀਪੈਂਡੈਂਸ ਪਾਰਟੀ ਆਫ ਅਲਬਰਟਾ ਦੇ ਇੰਟਰਮ ਲੀਡਰ, ਸਾਡੇ ਆਪਣੇ ਭਾਈਚਾਰੇ ਦੇ ਜੀਵਨ ਮਾਂਗਟ ਜੀ ਨੂੰ। ਅੱਜ ਉਹ ਸਾਡੇ ਨਾਲ ਸ਼ਾਮਲ ਨੇ, ਅਸੀਂ ਉਹਨਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ। ਜੀਵਨ, ਤੁਹਾਡਾ ਬਹੁਤ ਸਵਾਗਤ, ਜੀ ਆਇਆਂ ਨੂੰ, ਵੈਰੀ ਗੁੱਡ ਮਾਰਨਿੰਗ, ਵੈਲਕਮ। ਥੈਂਕ ਯੂ ਰਿਸ਼ੀ ਜੀ, ਐਂਡ ਗੁੱਡ ਮਾਰਨਿੰਗ ਤੁਹਾਡੇ ਸਾਰੇ ਲਿਸਨਰਸ ਨੂੰ, ਤੇ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇਨਵਾਈਟ ਕੀਤਾ ਸਬਜੈਕਟ ਦੇ ਉੱਪਰ ਗੱਲ ਕਰਨ ਲਈ। ਜੀ, ਤੇ ਜੀਵਨ, ਅਸੀਂ ਵੱਖਰਾ ਕਿਉਂ ਹੋਣਾ ਚਾਹੁੰਦੇ ਹਾਂ? ਕਿਉਂ ਤੁਹਾਡੀ ਪਾਰਟੀ ਜਾਂ ਜਿਹੜੇ ਲੋਕ ਨੇ ਉਹ ਕਿਉਂ ਵੱਖਰਾ ਹੋਣਾ ਚਾਹੁੰਦੇ ਨੇ? ਇਹ ਜਿਹੜਾ ਮੂਵਮੈਂਟ ਆ ਇਹ ਲੇਟ 70s ਨਾਲ ਸ਼ੁਰੂ ਹੋ ਗਿਆ ਸੀਗਾ, ਮਿਡ 70s ਦੇ ਵਿੱਚ, ਤੇ ਜਿੰਨੀ ਆਪਣੀ ਪ੍ਰੋਡਕਸ਼ਨ ਸੀਗੀ ਇਹ ਸਾਰੀ ਈਸਟਰਨ ਕੈਨੇਡਾ ਨੂੰ ਨਾ ਜਾਂਦੀ ਸੀ। ਸੋ ਇਨ ਟਰਮਸ ਆਫ ਇਕੁਲਾਈਜੇਸ਼ਨ ਪੇਮੈਂਟਸ। ਫਿਰ ਬਾਅਦ 'ਚੋਂ ਮੂਵਮੈਂਟ ਬਹੁਤ ਸਟਰੋਂਗ ਹੋ ਗਈ ਸੀ ਜਦੋਂ ਪੀਅਰ ਟਰੂਡੋ ਨੇ ਨੈਸ਼ਨਲ ਐਨਰਜੀ ਪ੍ਰੋਗਰਾਮ ਇੰਟਰੋਡਿਊਸ ਕੀਤਾ ਸੀਗਾ 1980 ਦੇ ਵਿੱਚ। ਜੀ, ਤੇ ਨੈਸ਼ਨਲ ਐਨਰਜੀ ਪ੍ਰੋਗਰਾਮ ਦਾ ਪਰਪਸ ਸੀਗਾ ਕਿ ਐਕਸਪੋਰਟ ਟੈਕਸ ਲਾ ਦੇਣਾ ਉਹਨਾਂ ਨੇ ਆਇਲ ਦੇ ਉੱਪਰ। ਸੋ ਆਇਲ ਮਹਿੰਗਾ ਹੋ ਜਾਣਾ ਸੀਗਾ, ਤੇ ਫਿਰ ਟੈਕਸ ਦਾ ਜਿੰਨਾ ਟੈਕਸ ਸੀਗਾ ਉਹ ਸਾਰਾ ontario ਤੇ ਕੁਬੈਕ ਨੂੰ ਤੇ ਮੈਰੀਟਾਈਮਸ ਨੂੰ ਜਾਣਾ ਸੀਗਾ, ਅਲਬਰਟਾ ਨੂੰ ਤਾਂ ਕੁਛ ਨਹੀਂ ਮਿਲਣਾ ਸੀ। ਸੋ ਇਹ ਪਹਿਲਾ ਰੀਜ਼ਨ ਸੀਗਾ ਜੀ। ਫਿਰ ਦੂਸਰਾ ਹੈਗਾ ਕਿ ਜਿੰਨੀਆਂ ਪਾਲਿਸੀਜ਼ ਸਪੈਸ਼ਲੀ ਲਿਬਰਲ ਪਾਰਟੀ ਦੀਆਂ ਫਰੋਮ 19 ਤੁਸੀਂ ਲੈ ਲਓ ਮਿਡ 70s ਤੱਕ, ਇਹ ਪਾਲਿਸੀਜ਼ ਕਾਫੀ ਫੇਵਰ ਕਰਦੀਆਂ ਸੀ ਈਸਟਰਨ ਕੈਨੇਡਾ ਨੂੰ। ਜੀ, ਤੇ ਜਦੋਂ ਨੈਸ਼ਨਲ ਐਨਰਜੀ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੀ, ਫੈਡਰਲ ਮਿਨਿਸਟਰ ਆਫ ਐਨਰਜੀ ਸੀਗਾ ਮਾਰਕ ਲਲੌਂਡ, ਉਹ ਕੈਲਗਰੀ ਵੀ ਆਇਆ ਸੀਗਾ ਲੈਕਚਰ ਦੇਣ ਲਈ, ਯੂਨੀਵਰਸਿਟੀ ਅਸੀਂ ਉਦੋਂ ਪੜ੍ਹਦੇ ਸੀਗੇ, ਸੋ ਅਸੀਂ ਵੀ ਅਟੈਂਡ ਕੀਤਾ ਸੀਗਾ, ਮੈਨੂੰ ਚੇਤੇ ਆ। ਫਿਰ ਬਾਅਦ 'ਚੋਂ ਕਿੰਨੇ ਸਾਲਾਂ ਬਾਅਦ 'ਚੋਂ ਉਹਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਨੈਸ਼ਨਲ ਐਨਰਜੀ ਪ੍ਰੋਗਰਾਮ ਦੀ ਲੋੜ ਨਹੀਂ ਸੀਗੀ, ਲਿਆਂਦਾ ਕਿਉਂ? ਤੇ ਉਹਨੇ ਹਾਰ ਕੇ ਕਹਿਤਾ ਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਅਲਬਰਟਾ ਕਿ ਜਾਸੀ ਪ੍ਰੋਸਪਰ ਹੋਵੇ, ਜ਼ਿਆਦਾ ਪ੍ਰੋਸਪਰ ਕਰੇ। ਹਾਂ, ਫਿਰ ਉਹ ਆਲਰੇਡੀ 70s ਦੇ ਵਿੱਚ ਉਹ ਇੰਨਾ ਬੂਮ ਸੀਗਾ ਬਿਕਾਜ਼ ਕਿ ਅਰਬ ਆਇਲ ਐਮਬਾਰਗੋ ਹੋ ਗਿਆ ਸੀਗਾ ਅਰਲੀ 70s ਦੇ ਵਿੱਚ। ਆਪਣੇ ਕੋਲ 3rd ਲਾਰਜੈਸਟ ਰਿਜ਼ਰਵਸ ਆ ਦੁਨੀਆ ਦੇ ਵਿੱਚ,
ਤੇ ਫਿਰ ਉਹਨੂੰ ਉਹ ਕਹਿੰਦਾ ਸੀ ਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਅਲਬਰਟਾ ਫਾਈਨੈਂਸ ਸੈਂਟਰ ਬਣ ਜਾਵੇ ਜਾਂ ਪਾਵਰ ਸੈਂਟਰ ਬਣ ਜਾਵੇ। ਸੋ ਉਹ ਚਾਹੁੰਦੇ ਸੀਗੇ ਕਿ ਅਲਬਰਟਾ ਨੂੰ ਜਿਹੜੀ ਪ੍ਰੋਸਪੈਰਿਟੀ ਆ ਉਹ ਅਸੀਂ ਰੋਕੀਏ। ਅਤੇ ਫਿਰ ਇੰਨੇ ਪੈਸੇ ਨਾ ਬਣਾਉਣ, ਲੋਕੀ ਜਾਸਤੀ ਉੱਥੇ ਦੀ ਰਹਿਣ ਓਨਟਾਰੀਓ ਕੁਬੈਕ ਦੇ ਵਿੱਚ, ਅਲਬਰਟਾ ਨੂੰ ਪੀਨਲਾਈਜ਼ ਕਰਦੇ ਸੀਗੇ। ਅਤੇ ਉਸ ਕਰਕੇ ਇੰਨਾ ਰੌਲਾ ਪਿਆ ਸੀਗਾ। ਅਤੇ ਫਿਰ 1986 ਦੇ ਵਿੱਚ ਬ੍ਰਾਇਨ ਮਲੂਨੀ ਆ ਗਿਆ ਸੀਗਾ, ਉਹਨੇ ਫਿਰ ਨੈਸ਼ਨਲ ਐਨਰਜੀ ਪ੍ਰੋਗਰਾਮ ਕੱਢਤਾ ਸੀ। ਪਰ ਇਨ ਐਡੀਸ਼ਨ ਗਵਰਨਮੈਂਟ ਨੇ ਉਸ ਵੇਲੇ ਲੈ ਲਿਆ ਸੀ ਗਲਫ ਕੈਨੇਡਾ ਆਇਲ ਕੰਪਨੀ, ਫਿਰ ਪੈਟਰੋ ਕੈਨੇਡਾ ਉੱਥੋਂ ਬਣੀ, ਉਹ ਵੀ ਟੈਕਸ ਪੇਅਰ ਪੈਸਿਆਂ ਨਾਲ ਜੀ। ਸੋ ਜਦੋਂ ਤੁਸੀਂ ਪਾਲਿਸੀਜ਼ ਦੇਖੋ ਸਪੈਸ਼ਲੀ ਲਿਬਰਲ ਪਾਰਟੀ ਦੀਆਂ, ਸਾਰੀਆਂ ਮੇਨਲੀ ਕੁਬੈਕ ਨੂੰ ਬੈਨੀਫਿਟ ਕਰਦੀਆਂ, ਅਲਬਰਟਾ ਨੂੰ ਕੋਈ ਨਹੀਂ। ਤੁਸੀਂ ਰਾਤੀ ਸੁਣਿਆ ਸੀਗਾ ਕਿ ਆਪਾਂ ਅਲਬਰਟਾ $70 ਬਿਲੀਅਨ ਹਰੇਕ ਸਾਲ ਆਪਾਂ ਹੌਟਵਾ ਨੂੰ ਦਿੰਦੇ ਹਾਂ। ਅਤੇ ਇਕੁਲਾਈਜੇਸ਼ਨ 'ਚ ਨਹੀਂ, ਇਕੁਲਾਈਜੇਸ਼ਨ, ਇਨਕਮ ਟੈਕਸ, ਟੋਟਲ ਫਿਊਲ ਟੈਕਸ, ਐਕਸਾਈਜ਼ ਟੈਕਸ, ਏਅਰਪੋਰਟ ਟੈਕਸ, ਸਾਰਾ ਕੁਛ ਟੈਕਸਿਸ ਪਾ ਪੂ ਕੇ ਅਲਬਰਟਾ ਤੋਂ ਆਪਾਂ ਨਾਲੇ 5 ਮਿਲੀਅਨ ਤੋਂ ਥੋੜ੍ਹਾ ਜਿਹਾ ਘੱਟ ਆਪਣੀ ਪਾਪੂਲੇਸ਼ਨ ਜੀ, 70 ਬਿਲੀਅਨ ਆਪਾਂ ਦਿੰਦੇ ਹਾਂ ਜੀ। ਆਪਾਂ ਨੂੰ ਵਾਪਸ ਆਉਂਦਾ ਅਬਾਊਟ 30 ਬਿਲੀਅਨ ਜੀ। ਸੋ ਆਪਾਂ ਨੂੰ ਜਿਹੜੇ ਅਲਬਰਟਾ ਆਪਾਂ ਪਰਸਨਲ ਟੈਕਸ ਦੇ ਰਹੇ ਹਾਂ, ਉਹ ਆਪਾਂ ਫੰਡ ਕਰਦੇ ਹਾਂ ਜਿਹੜੀਆਂ ਆਪਾਂ ਨੂੰ ਸ਼ੋਰਟੇਜਸ ਪੈ ਜਾਂਦੀਆਂ ਜੀ। ਸੋ ਤੁਸੀਂ ਇਹ ਵੀ ਸੁਣਿਆ ਕਿ ਆਪਾਂ ਜਿਹੜਾ ਕੈਨੇਡੀਅਨ ਪੈਨਸ਼ਨ ਪਲਾਨ ਕੰਟਰੀਬਿਊਸ਼ਨ ਆਪਾਂ ਹਰੇਕ ਸਾਲ 9 ਬਿਲੀਅਨ ਦਿੰਦੇ ਹਾਂ ਅਤੇ ਆਪਾਂ ਨੂੰ ਸਿਰਫ 6 ਬਿਲੀਅਨ ਵਾਪਸ ਆਉਂਦਾ ਜੀ। ਅਤੇ ਆਪਾਂ 3 ਬਿਲੀਅਨ ਓਵਰੇਜ ਵਿੱਚ ਦਿੰਦੇ ਹਾਂ। ਉਹ 3 ਬਿਲੀਅਨ ਆਪਾਂ ਕਿੰਨੇ ਸਾਲ ਹੋ ਗਏ ਦਿੰਦਿਆਂ ਨੂੰ, ਉਹ ਵੀ ਆਪਾਂ ਨੂੰ ਇੰਟਰਸਟ ਪਾ ਕੇ ਬਿਲੀਅਨਸ ਐਂਡ ਬਿਲੀਅਨਸ ਪਿਆ ਹੋਣਾ ਕਿਤੇ, ਜਾਂ ਨਹੀਂ ਵੀ ਨਹੀਂ ਹੋਣਾ ਕਿ ਉਹ ਗਵਰਨਮੈਂਟ ਨੇ ਖਰਚਲੇ ਹੋਣੇ ਆ। ਸੋ ਓਵਰਆਲ ਅਲਬਰਟਾ ਆਪਾਂ ਇੰਨੇ ਪ੍ਰੋਡਕਟਿਵ ਆ। ਆਪਣਾ GDP per capita in US dollars it's about ਆਪਣੇ about 80,000 ਆ, 82,000 to 80,000. Canadian GDP 55 ਆ US dollars। ਅਤੇ ਮੇਰੇ ਖਿਆਲ ਕੁਬੈਕ ਦੀ ਹੈਗੀ ਆ ਅਬਾਊਟ 56, ਓਨਟਾਰੀਓ ਦੀ ਹੋਣੀ ਆ ਅਬਾਊਟ 62। ਸੋ ਆਪਾਂ ਇੰਨਾ ਪ੍ਰੋਡਿਊਸ ਕਰਦੇ ਹਾਂ, ਇੰਨਾ ਕੰਮ ਕਰਦੇ ਹਾਂ, ਪਰ ਆਪਾਂ ਨੂੰ ਕੁਛ ਨਹੀਂ ਬਚਦਾ। ਆਪਾਂ ਨੂੰ 40-60 ਸਾਲ ਹੋ ਗਏ ਦੰਦਿਆਂ ਨੂੰ। ਸੋ ਇੱਕ ਸਟੱਡੀ ਵੀ ਆਈ ਸੀਗੀ ਕਿ ਸਿੰਸ 1961 ਆਪਾਂ ਪ੍ਰੋਬੇਬਲੀ ਓਵਰ $650 ਬਿਲੀਅਨ ਦਿੱਤੇ ਹੋਏ ਆ ਇਨ ਇਕੁਲਾਈਜੇਸ਼ਨ ਇਕੱਲੇ ਜੀ। ਪਰ ਮੇਰੇ ਹਿਸਾਬ ਨਾਲ ਪ੍ਰੋਬੇਬਲੀ $1 ਟ੍ਰਿਲੀਅਨ ਦਿੱਤੇ ਹੋਣੇ ਆ ਸਿੰਸ 61, ਕਿ ਉਹ ਗਵਰਨਮੈਂਟ ਸਟੈਟਿਸਟਿਕਸ ਮੈਂ ਹਮੇਸ਼ਾ ਮੰਨਦਾ ਨਹੀਂ। ਸੋ ਤੁਸੀਂ ਸੋਚੋ, ਆਪਾਂ ਇਕੱਲੇ ਪੈਸਿਆਂ ਦੀ ਨਹੀਂ ਗੱਲ ਕਰਦੇ, ਆਪਣੇ ਜਿਹੜੇ ਪਾਲਿਸੀਜ਼ ਵੀ ਬਣਦੀਆਂ, ਸਪੈਸ਼ਲੀ ਬਾਈਲਿੰਗੁਅਲਿਜ਼ਮ। ਕਿਉਂ ਇਹ ਮੈਂ ਆਰਗਿਊ ਕਰਦਾ ਹੁੰਦਾ, ਸਭ ਤੋਂ ਵਰਸਟ ਪਾਲਿਸੀ ਕੈਨੇਡਾ ਦੇ ਵਿੱਚ ਆ ਬਾਈਲਿੰਗੁਅਲਿਜ਼ਮ, ਕਿ ਆਪਾਂ ਓਨਲੀ 16% ਕੈਨੇਡੀਅਨਸ ਬਾਈਲਿੰਗੁਅਲ ਆ, ਅਤੇ 2/3 66% ਫਰੈਂਕੋਫੋਨਸ ਆ, ਮੋਸਟਲੀ ਫਰੋਮ ਕੁਬੈਕ। ਅਤੇ ਜਿਹੜਾ ਬੋਰਡਰ ਓਨਟਾਰੀਓ ਕੁਬੈਕ, ਤੁਸੀਂ ਜੇ ਬੋਰਡਰ 'ਤੇ ਵੀ ਜਾਓ ਓਨਟਾਰੀਓ ਕੁਬੈਕ, ਸਾਰੇ ਫਰੈਂਚੀ ਬੋਲਦੇ ਕਿ ਬਕਵਾਸ। ਅਤੇ ਤੁਸੀਂ ਸੋਚੋ ਹੁਣ ਆਪਣੀ ਫੈਡਰਲ ਬਿਊਰੋਕਰੇਸੀ, ਫੈਡਰਲ ਗਵਰਨਮੈਂਟ 300,000 ਬੰਦਾ, 50% ਆਰ ਬਾਈਲਿੰਗੁਅਲ ਅਤੇ 2/3 ਕੁਬੈਕ ਤੋਂ ਹੈਗੇ ਆ। ਸੋ ਜਿਹੜੀ ਬਿਊਰੋਕਰੇਸੀ ਵੀ ਆਪਣੀ ਇਹਦੇ ਜੱਜਾਂ 'ਚ ਵੀ ਆ। ਹਾਂਜੀ, ਜੱਜਾਂ ਦੇ ਜਿਹੜੇ ਜੱਜ ਜ਼ਮਾਨਾ ਆ। ਸੋ ਬਿਊਰੋਕਰੇਸੀ ਕੁਬੈਕ ਕੰਟਰੋਲ ਕਰਦੇ ਆ। ਤੁਸੀਂ ਦੇਖੋ ਜਿਹੜੀ ਸੀਨੀਅਰ ਮੈਨੇਜਮੈਂਟ ਆ ਮੋਸਟਲੀ ਕੁਬੈਕ ਤੋਂ ਹੀ ਹੋਣੇ ਆ। ਫਿਰ ਅੱਗੇ ਜਿਹੜੇ ਆਪਣੇ ਸੁਪਰੀਮ ਕੋਰਟ ਜੱਜਸ ਆ ਬਾਈਲਿੰਗੁਅਲ ਹੋਣਾ ਪੈਂਦਾ। ਸੋ ਇਹਦਾ ਮਤਲਬ ਜਿਹੜੇ 84% ਪਾਪੂਲੇਸ਼ਨ ਇੰਗਲਿਸ਼ ਇਕੱਲੀ ਬੋਲਦੇ ਆ ਉਹ ਐਕਸਕਲੂਡਡ ਹੋ ਗਏ। ਸੋ ਐਂਡ 3 ਜੱਜਸ 9 ਜੱਜਸ ਤੋਂ ਕੁਬੈਕ 'ਚੋਂ ਹੋਣੇ ਚਾਹੀਦੇ ਆ। ਕੁਬੈਕ ਦੀ ਪਾਪੂਲੇਸ਼ਨ 20% ਲੈਸ ਆ, ਪਰ 33% ਉਹ ਸੁਪਰੀਮ ਕੋਰਟ ਲੈ ਕੇ ਬੈਠੇ ਆ। ਸੋ ਸੁਪਰੀਮ ਕੋਰਟ ਤੋਂ ਵੀ ਜਦੋਂ ਆਪਾਂ ਲਾਜ਼ ਬਣਦੇ ਆ ਜਾਂ ਕੋਈ ਲਾਜ਼ ਚੈਲੰਜ ਹੁੰਦੇ ਆ, 3 ਜੱਜਸ ਨੇ ਆਬਵੀਅਸਲੀ ਲਿਬਰਲ ਵੱਲ ਵੋਟ ਦੇਣੀ ਆ, ਕਿਤੇ ਨਹੀਂ ਵੈਸਟਰਨ ਵੱਲ। ਸੋ
ਬਾਈਲਿੰਗੁਅਲਿਜ਼ਮ ਨੇ ਪਾਵਰ ਦਿੱਤਾ ਹੋਇਆ ਜਾਸਤੀ ਕੁਬੈਕ ਨੂੰ, ਵੈਸਟਰਨ ਪ੍ਰੋਵਿੰਸਿਸ ਸਪੈਸ਼ਲੀ ਅਲਬਰਟਾ ਨੂੰ ਇਗਨੋਰ ਹੀ ਕਰ ਦਿੰਦੇ ਆ। ਸੋ ਤੁਸੀਂ ਰੀਸੈਂਟ ਪਾਲਿਸੀਜ਼ ਵੀ ਦੇਖੋ, ਦ ਟੈਂਕਰ ਬੈਨ, ਕਿ ਵੈਸਟ ਕੋਸਟ ਤੋਂ ਟੈਂਕਰਸ ਨਹੀਂ ਆ ਸਕਦੇ, ਪਰ ਈਸਟ ਕੋਸਟ ਜਦੋਂ ਆਇਲ ਆਉਂਦਾ ਵੈਨੇਜ਼ੁਏਲਾ ਤੋਂ, ਮੈਕਸੀਕੋ ਤੋਂ, ਸਾਊਦੀ ਅਰੇਬੀਆ ਤੋਂ, ਉਹ ਟੈਂਕਰਸ ਤੋਂ ਹੀ ਆਉਂਦੇ ਆ, ਉੱਥੇ ਬੈਨ ਹੈ ਨਹੀਂ। ਪਾਈਪਲਾਈਨ ਬੈਨ, ਕਾਰਬਨ ਟੈਕਸ, ਇਹ ਸਾਰੀਆਂ ਪਾਲਿਸੀਜ਼ ਅਲਬਰਟਾ ਨੂੰ ਨਹੀਂ ਬੈਨੀਫਿਟ ਕਰਦੀਆਂ, ਪਰ ਆਪਾਂ $70 ਬਿਲੀਅਨ ਘੱਲੀ ਜਾਂਦੇ ਉਹਨਾਂ ਨੂੰ। ਸੋ ਇਸ ਕਰਕੇ ਤੁਸੀਂ ਦੇਖੋ 50-60 ਸਾਲ ਹੋ ਗਏ ਇਹ ਪਾਲਿਸੀਜ਼ ਕਿੰਨੀਆਂ ਫੇਵਰ ਕਰਦੀਆਂ, ਤੇ ਐਂਡ ਰਿਜ਼ਲਟ ਹੁਣ ਹੈਗਾ ਕਿ ਅਲਬਰਟਾ ਦੇ ਬੰਦੇ ਅੱਕ ਗਏ ਤੇ ਉਹ ਕਹਿੰਦੇ ਹੁਣ ਅਸੀਂ ਤਾਂ ਇੰਡੀਪੈਂਡੈਂਟ ਬਣਨਾ ਜੀ। ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ, ਪਹਿਲਾਂ ਸੀਗਾ ਕੈਨੇਡੀਅਨ ਵੀਟ ਬੋਰਡ ਜੀ। ਸੋ ਜਿਹੜੇ ਵੈਸਟਰਨ ਫਾਰਮਰਸ ਸੀਗੇ ਉਹਨਾਂ ਨੂੰ ਆਪਦੀ ਵੀਟ ਥਰੂ ਦ ਵੀਟ ਬੋਰਡ ਵੇਚਣੀ ਪੈਂਦੀ ਸੀਗੀ, ਸੋ ਵੀਟ ਬੋਰਡ ਪ੍ਰਾਈਸ ਕੰਟਰੋਲ ਕਰਦੇ ਸੀਗੇ ਜੀ। ਇਨ ਐਡੀਸ਼ਨ ਫਿਰ ਜਿਹੜੇ ਫਰੇਟ ਚਾਰਜਸ ਸੀ ਉਹ ਫਾਰਮਰਸ ਨੂੰ ਦੇਣੇ ਪੈਂਦੇ ਸੀਗੇ। ਹਾਰਪਰ ਨੇ ਆ ਕੇ ਵੀਟ ਬੋਰਡ ਨੂੰ ਅਬੋਲਿਸ਼ ਕਰਤਾ ਜੀ। ਐਂਡ ਰਿਜ਼ਲਟ ਕੀ ਆ? ਐਂਡ ਰਿਜ਼ਲਟ ਇਜ਼ ਕਿ ਕੈਨੇਡਾ ਨਾਓ ਆਪਾਂ ਤੀਸਰੇ ਨੰਬਰ 'ਤੇ ਆ ਵਰਲਡਸ ਲਾਰਜੈਸਟ ਵੀਟ ਪ੍ਰੋਡਿਊਸਰ। ਜੀ। ਆਪਣੀ ਪ੍ਰੋਡਕਸ਼ਨ ਕਿੰਨੀ ਵੱਧ ਗਈ, ਆਪਾਂ ਵੀਟ ਬੋਰਡ ਅਬੋਲਿਸ਼ ਕੀਤਾ ਹੈ ਨਾ। ਬਿਕਾਜ਼ ਜੇ ਤੁਸੀਂ ਵੀਟ ਈਸਟਰਨ ਕੈਨੇਡਾ 'ਚ ਹੁੰਦੇ ਸੀ, ਤੁਸੀਂ ਵੀਟ ਬੋਰਡ 'ਚੋਂ ਨਹੀਂ ਵੇਚਣਾ, ਤੁਸੀਂ ਜਿੱਥੇ ਮਰਜ਼ੀ ਵੇਚੋ। ਓਕੇ। ਇੱਕ ਗੱਲ ਹੋਰ ਮੈਨੂੰ ਜੀਵਨ ਜੀ ਦੱਸੋ, ਦੋ ਪੁੱਛ ਲਓ। ਜੇ ਅਸੀਂ ਜੁਦੇ ਹੋ ਜਾਂਦੇ ਹਾਂ, ਜੇ ਅਸੀਂ ਕਨਫੈਡਰੇਸ਼ਨ ਤੋਂ ਵੱਖਰੇ ਹੋ ਜਾਂਦੇ ਹਾਂ, ਤੇ ਸਾਡੀ ਸਿਟੀਜ਼ਨਸ਼ਿਪ ਕਿੱਥੋਂ ਦੀ ਹੋਏਗੀ? ਕੀ ਸਾਨੂੰ ਗੁਆਂਢੀ ਸੂਬਿਆਂ ਵਿੱਚ ਜਾਣ ਵਾਸਤੇ ਸਸਕੈਚੁਵਨ ਜਾਣਾ ਆ ਜਾਂ ਅਸੀਂ BC ਨੂੰ ਜਾਣਾ ਤਾਂ ਵੀਜ਼ੇ ਲੈਣੇ ਪੈਣਗੇ? ਓਕੇ, ਸੋ ਇਹ ਵੀ ਕੁਐਸਚਨ ਜਿਹੜੀ ਕੈਨੇਡੀਅਨ ਸਿਟੀਜ਼ਨਸ਼ਿਪ ਆ ਤੁਸੀਂ ਰੱਖ ਸਕਦੇ ਹੋ। ਓਕੇ, ਸੋ ਬਿਕਾਜ਼ ਤੁਸੀਂ ਦੇਖੋ ਹੁਣ ਮਾਰਕ ਕਾਰਨੀ ਕੋਲ 3 ਪਾਸਪੋਰਟਸ ਆ। ਜੀ। ਓਕੇ, ਉਹਦੇ ਕੋਲ ਅਮਰੀਕਨ, ਕੈਨੇਡੀਅਨ ਤੇ UK ਦਾ। ਜੀ। ਹੋਰ ਕਿੰਨੇ ਮਿਨਿਸਟਰਸ? ਸ਼ੈਂਪੇਨ ਕੋ ਹੈਗਾ ਕੈਨੇਡੀਅਨ ਪਲੱਸ ਮੇਰਾ ਖਿਆਲ ਫ੍ਰੈਂਚ ਦਾ, ਫਰਾਂਸ ਦਾ। ਟੌਮ ਮਕਲੇਅਰ ਸੀਗਾ ਪਹਿਲਾਂ, ਉਹਦੇ ਕੋਲ ਕੈਨੇਡੀਅਨ ਦਾ ਸੀ ਤੇ ਫਰਾਂਸ ਦਾ। ਓਕੇ, ਸੋ ਉਹ ਹੁਣ ਤੁਸੀਂ ਇਹ ਜਿਹੀਆਂ ਗੱਲਾਂ ਨਾ ਬਾਅਦ 'ਚੋਂ ਨੈਗੋਸ਼ੀਏਟ ਹੋਣੀਆਂ ਜਦੋਂ ਆਪ ਇੰਡੀਪੈਂਡੈਂਸ ਹੋ ਗਏ। ਕੈਨੇਡੀਅਨ ਤੁਸੀਂ ਪਾਸਪੋਰਟ ਰੱਖ ਸਕਦੇ, ਸਿਟੀਜ਼ਨਸ਼ਿਪ ਤੁਸੀਂ ਰੱਖ ਸਕਦੇ ਹੋ। ਓਕੇ, ਇੱਕ ਹੋਰ ਕਿ ਜਿਹੜੇ ਸਾਡੇ ਮੂਲ ਨਿਵਾਸੀ ਆ, ਉਹਨਾਂ ਦਾ ਇਹ ਜ਼ਮੀਨ ਤਾਂ ਉਹਨਾਂ ਦੀ ਆ, ਆਈ ਮੀਨ ਇੰਡੀਜਨਸ ਲੋਕਾਂ ਦੀ ਹੈ, ਤੇ ਅਸੀਂ ਕਿਵੇਂ ਫੈਸਲਾ ਕਰਾਂਗੇ ਕਿ ਜ਼ਮੀਨ ਉਹਨਾਂ ਦੀ ਆ, ਲੈਂਡ ਉਹਨਾਂ ਦੀ ਆ, ਟਰੀਟੀਜ਼ ਹੋਈਆਂ ਆ? ਹਾਊ ਕੈਨ ਵੀ ਟੇਕ ਦਿਸ ਲੈਂਡ ਟੂ ਵੀ ਅਸੀਂ ਕੈਨੇਡਾ ਤੋਂ ਬਾਹਰ ਕੱਢ ਕੇ ਤੇ ਅਸੀਂ ਆਪਣਾ ਬਣਾ ਲਈਏ? ਸੋ ਆਪਣੇ ਕੋਲ ਲਾਅ ਬਣਿਆ ਹੋਇਆ ਦ ਕਲੈਰਿਟੀ ਐਕਟ, ਜਿਹੜਾ ਉਹ ਕਹਿੰਦਾ ਕਿ ਆਪਾਂ ਅਲੱਗਾ ਹੋ ਸਕਦੇ ਆ ਜੇ ਸਰਟਨ ਕੰਡੀਸ਼ਨਸ ਤੁਸੀਂ ਫੁਲਫਿਲ ਕਰ ਲਓ। ਜੀ। ਜਿਹੜੇ ਫਰਸਟ ਨੇਸ਼ਨਸ ਆ ਉਹਨਾਂ ਦੀਆਂ ਰੈਜ਼ਰਵੇਸ਼ਨਸ ਫੈਡਰਲ ਗਵਰਨਮੈਂਟ ਨਾਲ ਰਹਿ ਸਕਦੀਆਂ ਕੈਨੇਡਾ ਨਾਲ, ਜਾਂ ਉਹ ਆਪਣੇ ਨਾਲ ਐਲਬਰਟਾ ਦੇ ਨਾਲ ਨੈਗੋਸ਼ੀਏਟ ਕਰ ਸਕਦੇ ਆ ਉਹਨਾਂ ਦੀਆਂ ਟਰੀਟੀਜ਼। ਸੋ ਅਸੀਂ ਉਹਨਾਂ ਨੂੰ ਕਹਿਣਾ ਕਿ ਓਕੇ ਅਸੀਂ $70 ਬਿਲੀਅਨ ਇੱਥੇ ਰੱਖਣਾ ਤੇ ਤੁਸੀਂ ਸਾਡੇ ਨਾਲ ਪਾਰਟਿਸਿਪੇਟ ਕਰ ਸਕਦੇ ਹਾਂ, ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਜਿਹੜੇ ਆਇਲ ਰੈਵਨਿਊ ਆਏਗਾ ਤੁਸੀਂ ਪਾਰਟਿਸਿਪੇਟ ਕਰ ਸਕਦੇ, ਤੁਹਾਡੇ ਕੋਲ ਜਾਸਤੀ ਹੋਣਗੇ, ਤੁਸੀਂ ਆਪਣੇ ਲਈ ਰੈਜ਼ਰਵੇਸ਼ਨ ਵਾਸਤੇ ਜਾਸਤੀ ਕਰ ਸਕਦੇ ਹਾਂ। ਸੋ ਇਹ ਜਿਹੀਆਂ ਗੱਲਾਂ ਬਾਅਦ 'ਚੋਂ ਨੈਗੋਸ਼ੀਏਟ ਹੋ ਸਕਦੀਆਂ ਆਫਟਰ ਇੰਡੀਪੈਂਡੈਂਸ, ਪਰ ਤੁਸੀਂ ਇੰਡੀਪੈਂਡੈਂਸ ਨੂੰ ਵੋਟ ਨਾਲ ਤੁਸੀਂ ਰੱਖ ਸਕਦੇ ਆ ਬਿਕਾਜ਼ ਆਪਣਾ ਕਲੈਰਿਟੀ ਐਕਟ ਬਣਿਆ ਹੋਇਆ। ਤੇ ਇੱਕ ਹੋਰ ਜਿਹੜੀ ਰਾਤ ਵੀ ਟਾਊਨ ਹਾਲ 'ਚ ਗੱਲ ਚੱਲ ਰਹੀ ਸੀ, ਜੇ ਅਸੀਂ ਫੈਡਰਲ ਸਰਕਾਰ ਤੋਂ ਵੱਖਰੇ ਹੋ ਜਾਂਦੇ ਹਾਂ, ਅਲੱਗਾ ਹੋ ਜਾਂਦੇ ਅਸੀਂ, ਤੇ ਸਾਨੂੰ ਕਿਹੜੇ ਟੈਕਸਾਂ ਦੀ ਬਚਤ ਹੋਊਗੀ, ਕਿਹੜੇ ਪੈਸੇ ਉੱਥੇ ਨਹੀਂ ਜਾਣਗੇ? ਫਿਰ ਸਾਰੇ ਟੈਕਸਸ ਸਾਰੇ ਆਪਾਂ ਨੂੰ। ਓਕੇ, ਤੁਸੀਂ ਦੇਖੋ ਫਿਊਲ ਟੈਕਸ। ਜੀ। ਆਪਾਂ 40% ਤੋਂ ਜ਼ਿਆਦਾ ਫਿਊਲ ਟੈਕਸ ਆ। ਐਲਕੋਹਲ ਟੈਕਸ। ਜੀ। ਹੈ ਨਾ, ਹਰੇਕ ਸਾਲ ਆਪਣਾ ਐਲਕੋਹਲ ਟੈਕਸ ਵੱਧਦਾ। ਆਪਣੇ ਜਿੰਨੇ ਵੀ ਲਿਕਰ ਸਟੋਰਸ ਆ ਆਪਣੇ ਬੰਦਿਆਂ ਕੋਲ ਜਾਸਤੀ ਆ, ਹੈ ਨਾ, ਤੇ ਉਹ ਟੈਕਸ ਵੀ ਕਿੰਨਾ ਦਿੰਦੇ ਆ। ਸੋ ਇਨਕਮ ਟੈਕਸ ਜੀ ਘੱਟ ਜਾਏਗਾ। ਅਸੀਂ ਚਾਹੁੰਦੇ ਹਾਂ 10% ਫਲੈਟ ਟੈਕਸ ਰੇਟ। ਓਕੇ, ਕਈ ਕੰਟਰੀਜ਼ ਹੈਗੀਆਂ ਜਿੱਥੇ ਫਲੈਟ ਟੈਕਸ ਹੈਗਾ, ਵੈਰੀ ਪ੍ਰੋਸਪਰਸ। ਜੀ।
ਸੋ ਆਪਣੇ ਦੂਸਰੇ ਵੀ ਟੈਕਸ ਹੈਗੇ ਆ, ਇੰਡਸਟਰੀਅਲ ਟੈਕਸ, ਕੈਪੀਟਲ ਗੇਨਸ ਟੈਕਸ। ਜੀ ਪਹਿਲਾਂ ਟਰੂਡੋ ਚਾਹੁੰਦਾ ਸੀ 65% ਤੇ ਲਿਆਉਣ ਵਾਸਤੇ, ਫਿਰ ਰੌਲਾ ਕਿੰਨਾ ਪਿਆ ਸੀ। ਜੀ ਯੂ ਨੋ ਕੈਪੀਟਲ ਗੇਨਸ, ਤੁਸੀਂ ਸੋਚੋ ਕਿ ਤੁਸੀਂ ਬਿਜ਼ਨਸ ਚਲਾਇਆ 20-30 ਸਾਲ, ਤੇ ਐਂਡ ਅਖੀਰ ਦੇ ਵਿੱਚ ਤੁਸੀਂ ਬਿਜ਼ਨਸ ਵੇਚਣਾ। ਜੀ ਤੁਸੀਂ ਮਿਹਨਤ ਕੀਤੀ ਉਹ ਬਿਜ਼ਨਸ ਬਣਾਉਣ ਨੂੰ ਯਾ ਕਿ ਸਕਸੈਸ ਹੋਵੇ, ਫਿਰ ਜੋ ਤੁਸੀਂ ਵੇਚਣਾ ਉਹ ਕੈਪੀਟਲ ਗੇਨ 65% ਉਹ ਕਹਿੰਦੇ ਸਾਨੂੰ ਦੇ ਦਿਓ, ਕਿ ਗਵਰਨਮੈਂਟ ਨੇ ਕੁਛ ਵੀ ਨਹੀਂ ਕੀਤਾ, ਉੱਦਾਂ ਹੀ ਦੇ ਦਿਓ ਸੀ, ਜੀ ਵਿਚ ਇਜ਼ ਰੋਂਗ। ਜੀ ਹੈ ਨਾ, ਕੈਪੀਟਲ ਗੇਨਸ ਵੀ ਅਸੀਂ ਪਿੱਛੇ ਕਿ ਲਿਆਉਣਾ। ਤੁਸੀਂ ਦੇਖੋ ਕੈਪੀਟਲ ਗੇਨਸ ਟੈਕਸ ਜਿਹੜੇ ਮੁਲਕਾਂ ਨੇ ਘੱਟ ਘਟਾਇਆ, ਉੱਥੇ ਇਨਵੈਸਟਮੈਂਟ ਹੁੰਦੀ ਆ। ਲਿਬਰਲ ਪਾਲਿਸੀਜ਼ ਕਰਕੇ ਅਲਬਰਟਾ over $100 billion, ਮੈਂ ਹੁਣ ਸੁਣਿਆ over 300 billion ਇਨਵੈਸਟਮੈਂਟ ਲੂਜ਼ ਕੀਤਾ ਹੋਇਆ। ਜੌਬਸ ਤੁਸੀਂ ਦੇਖੋ, ਆਪਾਂ ਆਸ ਮੁਲਕਾਂ 'ਚ ਆਉਂਦੇ ਆ, ਕਰਨ ਲਈ ਆਉਂਦੇ ਆ ਕਿਉਂ ਕੰਮ ਹੈਗਾ। ਜੀਵਨ ਸਾਡੀ ਜਿਹੜੀ ਲੈਂਡ, ਅਸੀਂ ਲੈਂਡ ਲੌਕਡ ਪ੍ਰੋਵਿੰਸ ਹੈ ਇਸ ਵੇਲੇ, ਅਤੇ ਜੇ ਅਸੀਂ ਵੱਖਰੇ ਹੋ ਗਏ ਕਨਫੈਡਰੇਸ਼ਨ ਤੋਂ, ਅਸੀਂ ਫਿਰ ਕੰਮ ਕਿਵੇਂ ਚਲਾਉਣਾ, ਕਾਰੋਬਾਰ ਕਿਵੇਂ ਕਰਨਾ? ਓਕੇ, ਪਹਿਲੀ ਗੱਲ ਹੈ ਕਿੰਨੀਆਂ ਕੰਟਰੀਜ਼ ਲੈਂਡ ਲੌਕਡ ਆ, ਤੇ ਉਹ ਕਾਫੀ ਪ੍ਰੋਸਪਰਸ ਸਕਸੈਸਫੁਲ ਹੈਗੇ ਆ। ਸਵਿਟਜ਼ਰਲੈਂਡ ਦੇਖ ਲਓ, ਆਸਟਰੀਆ ਦੇਖ ਲਓ, ਬੋਟਸਵਾਨਾ ਦੇਖ ਲਓ, ਕਿੰਨੀਆਂ ਸਕਸੈਸਫੁਲ ਆ। ਓਕੇ, ਆਪਣਾ 90% ਅਲਬਰਟਾ ਦਾ ਟ੍ਰੇਡ ਹੈਗਾ ਅਮਰੀਕਾ ਨਾਲ, ਸੋ ਨਾਟ ਈਸਟ ਵੈਸਟ। ਸੋ ਆਪਣਾ ਟ੍ਰੇਡ ਤਾਂ ਅਮਰੀਕਾ ਨਾਲ ਰਹੇਗਾ, ਅਤੇ ਆਪਣੇ ਜਿੰਨੇ ਵੀ ਆਪਣੇ ਰੈਵਨਿਊਜ਼ ਹੋਣਗੇ ਇੱਥੇ ਹੀ ਰਹਿਣੇ ਆ, ਆਟੋਆ ਨਹੀਂ ਜਾਣੇ ਜਾਂ ਕੁਬੈਕ ਨੂੰ ਨਹੀਂ ਜਾਣੇ। ਓਕੇ, ਦੂਸਰੀ ਗੱਲ, ਜੇ UN 'ਚ ਚਾਰਟਰ ਹੈਗਾ ਕਿ ਜਿਹੜੀਆਂ ਕੰਟਰੀਜ਼ ਲੈਂਡ ਲੌਕਡ ਆ ਉਹਨਾਂ ਨੂੰ ਐਕਸੈਸ ਦੇਣਾ ਚਾਹੀਦਾ ਟੂ ਟਾਈਡ ਵਾਟਰ, ਸਮੁੰਦਰ ਨੂੰ। ਜੀ ਓਕੇ, ਸੋ ਆਪਾਂ ਉਹਦੇ ਹਿਸਾਬ ਨਾਲ ਆਪਣੇ ਨਾਲ ਆਪਾਂ ਨੂੰ ਹੋਏਗਾ ਐਕਸੈਸ ਟੂ ਦ ਪੈਸੀਫਿਕ ਓਸ਼ਨ, ਓਕੇ, ਥਰੂ BC ਉਹਨਾਂ ਨੂੰ ਦੇਣਾ, ਉਹ ਨਿਗੋਸ਼ੀਏਟ ਕਰਨਾ ਪਊ। ਜੇ ਉਹਨਾਂ ਨੇ ਆਪਾਂ ਨੂੰ ਬਹੁਤ ਤੰਗ ਕੀਤਾ, ਆਪਾਂ ਕਹਿਣਾ ਓਕੇ ਤੁਸੀਂ ਟਰਾਂਸਪੋਰਟ ਕਰਨਾ ਚਾਹੁੰਦੇ ਰੇਲਵੇ ਅਤੇ ਟਰੱਕਸ ਦੇ ਉੱਪਰ ਟੂ ਈਸਟਰਨ ਕੈਨੇਡਾ, ਤੁਸੀਂ ਅਲਬਰਟਾ ਤੋਂ ਹੀ ਨਿਕਲਣਾ, ਅਸੀਂ ਟੈਰਿਫਸ ਲਾ ਦੇਣੇ ਆ 30% 50% ਟੈਰਿਫਸ ਉਹਨਾਂ ਦੇ ਉੱਪਰ। ਫਿਰ ਉਹਨਾਂ ਨੇ ਕਹਿਣਾ ਓਕੇ ਦੇਖੋ ਆਪਾਂ ਨਿਗੋਸ਼ੀਏਟ ਕਰੀਏ, ਅਸੀਂ ਤੁਹਾਨੂੰ ਰਸਤਾ ਦੇਵਾਂਗੇ ਸਮੁੰਦਰ ਨੂੰ, ਤੁਸੀਂ ਸਾਡਾ ਗੁੱਡਸ ਸਾਨੂੰ ਇੱਥੋਂ ਘੱਲਣ ਦੇਵੋ। ਓਕੇ, ਸੋ ਆਪਣੇ ਕੋਲ ਕਾਫੀ ਪਾਵਰ ਹੋਏਗੀ ਜੀ ਕਿ ਨਿਗੋਸ਼ੀਏਟ ਕਰਨ ਨੂੰ। ਜੇ BC ਨੇ ਸਾਨੂੰ ਬਹੁਤ ਤੰਗ ਕੀਤਾ ਜਾਂ ਕੈਨੇਡਾ ਨਹੀਂ ਕਰ ਸਕਦੇ, ਆਪਾਂ ਅਮਰੀਕਾ ਨਾਲ ਨਿਗੋਸ਼ੀਏਟ ਕਰਾਂਗੇ। ਆਪਣੇ ਕੋਲ ਵਾਸ਼ਿੰਗਟਨ ਸਟੇਟ ਹੈਗਾ, ਸੋ ਕੋਈ ਪ੍ਰੋਬਲਮ ਨਹੀਂ ਹੈਗੀ ਲੈਂਡ ਲੌਕਡ। ਆਪਾਂ ਹੁਣ ਲੈਂਡ ਲੌਕਡ ਹੋਣੇ ਆ, ਅਤੇ ਆਪਣੇ ਕੋਲ ਰੈਵਨਿਊ ਵੀ ਆਈ ਜਾਂਦਾ ਜੀ। ਸੋ ਕੋਈ ਡਿਫਰੈਂਟ 90% ਟ੍ਰੇਡ ਇਜ਼ ਵਿਦ ਦ US। ਸੋ ਆਪਾਂ ਉਹ ਟ੍ਰੇਡ ਰੱਖਾਂਗੇ, ਆਪਾਂ ਵਧਾ ਵੀ ਸਕਦੇ ਹਾਂ, ਨਿਗੋਸ਼ੀਏਟ ਵੀ ਕਰ ਸਕਦੇ ਹਾਂ। ਦੂਸਰੀਆਂ ਕੰਟਰੀਜ਼ ਵੀ ਲੈਂਡ ਲੌਕਡ ਆ, ਸਵਿਟਜ਼ਰਲੈਂਡ ਤੁਸੀਂ ਲੈਂਡ ਲੌਕਡ ਆ, ਬਟ ਉਹਨਾਂ ਦੀ ਪਰ ਕੈਪੀਟਾ ਇਨਕਮ ਦੁਨੀਆ 'ਚੋਂ ਕਾਫੀ ਹਾਈ ਆ, ਟੌਪ 5 'ਚ ਇਨ ਦ ਵਰਲਡ। ਜੀ, ਅਤੇ ਜਿਵੇਂ ਹੁਣ ਰੈਫਰੈਂਡਮ ਹੁੰਦਾ, ਜੇ ਰੈਫਰੈਂਡਮ ਵਿੱਚ ਮੰਨ ਲਓ ਫਾਰ ਐਗਜ਼ਾਮਪਲ ਆਪਾਂ ਗੱਲ ਕਰਦੇ ਹਾਂ ਕਿ ਇਮੈਜਿਨ ਕਰਦੇ ਹਾਂ ਕਿ ਆਪਾਂ ਸਾਰਾ ਕੁਝ ਪਾਸ ਹੋ ਜਾਂਦਾ, ਰੈਫਰੈਂਡਮ ਸਾਡਾ ਸਕਸੈਸਫੁਲ ਹੋ ਜਾਂਦਾ, 80% ਲੋਕ ਕਹਿ ਦਿੰਦੇ ਨੇ ਜੀ ਕਿ ਅਸੀਂ ਵੱਖਰੇ ਹੋਣਾ, ਫਿਰ ਕੀ ਹੋਏਗਾ? ਓਕੇ, ਜਿਹੜਾ ਆਪਣੇ ਕੋਲ ਕਲੈਰਿਟੀ ਐਕਟ ਆ ਉਹਨਾਂ ਦੇ 6 ਸਟੈਪਸ ਆ। ਪਹਿਲਾਂ ਤਾਂ ਹੈਗਾ ਕਿ ਕੁਐਸਚਨ ਤਾਂ ਨਾ ਕਲੀਅਰ ਹੋਣਾ ਚਾਹੀਦਾ। ਓਕੇ, ਅਤੇ ਫਿਰ ਇਹ ਕੁਐਸਚਨ ਹੁੰਦਾ ਆਪਣੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਅਲਬਰਟਾ ਵਿੱਚ, ਅਤੇ ਫਿਰ ਦੂਸਰੇ ਨੰਬਰ 2 ਤੇ ਆਉਂਦਾ ਕਿ ਪ੍ਰੀ ਰੈਫਰੈਂਡਮ ਇਵੈਲੂਏਸ਼ਨ। ਸੋ ਹਾਊਸ ਆਫ ਕਾਮਨਸ ਉਹ ਰੈਫਰੈਂਡਮ ਕੁਐਸਚਨ ਕਰਦਾ ਆ, ਦੇਖਦਾ ਆ, ਸਟੱਡੀ ਕਰਦਾ ਕਿ ਕਲੀਅਰ ਆ ਜੀ। ਫਿਰ ਪਾਰਲੀਮੈਂਟ ਦੇ ਵਿੱਚ ਇਹ ਹੋਣਾ ਯਸ ਜੀ। ਹੁਣ ਆਪਣੇ ਕੋਲ ਕੁਐਸਚਨ ਤਾਂ ਹੈਗਾ ਅਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਜੀ, ਕੋ ਕੁਐਸਚਨ ਉਹਨਾਂ ਨੇ ਕਾਫੀ ਕਲੀਅਰਲੀ ਲਿਖਿਆ ਹੋਇਆ, ਉਹ ਵੀ ਲਾਇਰਸ ਨੇ ਲਿਖਿਆ ਹੋਇਆ। ਹਾਂਜੀ, ਸੋ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਫਿਰ ਜਦੋਂ ਉਹਨਾਂ ਨੇ ਕੁਐਸਚਨ ਹਾਊਸ ਆਫ ਕਾਮਨਸ ਨੇ ਕਿਹਾ ਓਕੇ ਕੁਐਸਚਨ ਕਲੀਅਰ ਆ, ਤੁਸੀਂ ਆਪਣਾ ਰੈਫਰੈਂਡਮ ਰੱਖ ਲਓ, ਫਿਰ ਆਪਾਂ ਰੈਫਰੈਂਡਮ ਰੱਖਾਂਗੇ ਜੀ। ਸੋ ਜੇ ਰੈਫਰੈਂਡਮ ਪਾਸ ਹੋ ਗਿਆ, ਫਿਰ ਹੁੰਦਾ ਪੋਸਟ ਰੈਫਰੈਂਡਮ ਇਵੈਲੂਏਸ਼ਨ। ਉਹ ਫਿਰ ਹਾਊਸ ਆਫ ਕਾਮਨਸ ਉਹ ਇਵੈਲੂਏਟ ਕਰਦਾ ਕਿ ਆਪਣੀ ਜਿਹੜੀ ਵੋਟ ਸੀ ਕਲੀਅਰ ਸੀਗੀ, ਕਿ ਮੈਜੋਰਿਟੀ ਵੀ ਕਲੀਅਰ ਸੀਗੀ, ਅਤੇ
ਜਿਹੜੀ ਆਪਾਂ ਰੈਫਰੈਂਡਮ ਪਾਸ ਹੋ ਗਿਆ, ਇਹ ਜਿਹੜੇ ਅਲਬਰਟਨਸ ਇਹ ਚਾਹੁੰਦੇ ਸੀਗੇ ਉਹੀ ਚਾਹੁੰਦੇ ਸੀਗੇ। ਰਾਈਟ ਜੀ। ਫਿਰ ਆਪਾਂ ਨੈਗੋਸ਼ੀਏਸ਼ਨ ਸ਼ੁਰੂ ਕਰਾਂਗੇ ਕਿ ਕਿਵੇਂ ਆਪਾਂ ਕੀ ਰੱਖਣਾ ਕੀ ਨਹੀਂ ਰੱਖਣਾ, ਕਿਵੇਂ ਆਪਾਂ ਟ੍ਰੇਡ ਕਰਨਾ। ਸੋ ਉਹ ਬਾਅਦ 'ਚੋਂ ਨੈਗੋਸ਼ੀਏਟ ਹੋਏਗਾ ਅਤੇ ਫਿਰ ਐਂਡ ਵਿੱਚ ਕੌਂਸਟੀਟਿਊਸ਼ਨਲ ਅਮੈਂਡਮੈਂਟ ਹੋਏਗਾ ਕਿ ਸਕਸੈਸ਼ਨ ਇਹ ਅਫੀਸ਼ੀਅਲ ਹੈ ਅਤੇ ਫਿਰ ਆਪਣਾ ਮੁਲਕ ਬਣ ਗਿਆ। ਅਤੇ ਇੱਕ ਦਫਾ ਤੁਸੀਂ ਕੰਟਰੀ 'ਚੋਂ ਬਾਹਰ ਨਿਕਲ ਗਏ, ਤੁਸੀਂ ਦੁਬਾਰਾ ਨਹੀਂ ਆ ਸਕਦੇ। ਸੋ ਇਹ ਵੀ ਹੈਗਾ ਕਿ ਜੇ ਰੈਫਰੈਂਡਮ ਸਕਸੈਸ਼ਨ ਤੁਸੀਂ ਸਕਸੈਸਫੁਲ ਹੈ, ਫਿਰ ਤੁਸੀਂ 100 ਸਾਲ ਬਾਅਦ ਇਹ ਨਹੀਂ ਕਹਿ ਸਕਦੇ ਅਸੀਂ ਵਾਪਸ ਆਉਣਾ। ਸੋ ਵਿਚ ਇਜ਼ ਗੁੱਡ ਬਿਕਾਜ਼ ਵੰਸ ਤੁਸੀਂ ਇੰਡੀਪੈਂਡੈਂਸ ਹੋ ਗਏ, ਤੁਸੀਂ ਆਪ ਰਸਤਾ ਬਣਾ ਲਿਆ, ਤੁਸੀਂ ਆਪ ਹੀ ਸਕਸੈਸਫੁਲ ਹੋਣਾ। ਰਾਈਟ ਜੀ। ਜੀਵਨ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਸਾਡੇ ਕੋਲ ਸਮਾਂ ਥੋੜ੍ਹਾ ਹੀ ਸੀ, ਪਰ ਆਉਂਦੇ ਦਿਨਾਂ 'ਚ ਆਪਾਂ ਫਿਰ ਇਹਦੇ 'ਤੇ ਗੱਲਬਾਤ ਕਰ ਸਕਾਂਗੇ। ਥੈਂਕ ਯੂ ਵੈਰੀ ਮਚ ਫॉर ਜੁਆਇਨਿੰਗ ਅਸ। ਹਾਂਜੀ, ਬਹੁਤ ਸ਼ੁਕਰੀਆ ਰਿਸ਼ੀ ਜੀ। ਅਤੇ ਮੈਂ ਲੋਕਾਂ ਨੂੰ ਇਹ ਕਹਿਣਾ, ਤੁਸੀਂ ਵੈਬਸਾਈਟ 'ਤੇ ਜਾਵੋ albertaprosperityproject.com ਅਤੇ ਤੁਸੀਂ ਆਪ ਦੀ ਪਲੈਜ ਰਜਿਸਟਰ ਕਰੋ ਕਿ ਤੁਸੀਂ ਰੈਫਰੈਂਡਮ 'ਤੇ ਯੈਸ ਕਹਿਣਾ। ਐਲਬਰਟਾ ਪ੍ਰੋਸਪੈਰਿਟੀ project.com ਜੀ, APP 'ਤੇ ਤੁਸੀਂ ਜਾ ਕੇ ਜੀ ਇਹਦੇ ਬਾਰੇ ਸਾਰਾ ਕੁਝ ਪੜ੍ਹ ਵੀ ਸਕਦੇ ਹੋ। ਧੰਨਵਾਦ ਜੀਵਨ ਜੀ, ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ ਜੀ।